ਹੈਲੋ ਸਟੂਡੈਂਟਸ, ਅੱਜ ਆਪਾਂ ਗੱਲ ਕਰਾਂਗੇ ਵੇਲੈਂਸ ਬੌਂਡ ਥਿਊਰੀ ਦੀ। ਇਸ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਵੇਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ ਦੀ, ਜਿਹਦੀ ਵੀਡੀਓ ਤੁਸੀਂ ਦੇਖ ਸਕਦੇ ਹੋ, ਆਪਣੇ ਚੈਨਲ 'ਤੇ ਅਵੇਲੇਬਲ ਹੈ। ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਵੇਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ ਦੀ, ਤਾਂ ਉਹਦੇ 'ਚ ਕੁਝ ਕੁ ਲਿਮਿਟੇਸ਼ਨ ਸੀ। ਸਭ ਤੋਂ ਵੱਡੀ ਲਿਮਿਟੇਸ਼ਨ ਇਹੀ ਸੀ ਕਿ ਉਹ ਸਾਰੇ ਜਿੰਨੇ ਵੀ ਆਪਣੇ ਕੋਲ ਐਟੋਮਿਕ ਸਟਰਕਚਰਸ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਐਕਸਪਲੇਨ ਕਰ ਸਕੀ ਸੀ। ਇਸ ਕਰਕੇ ਇੱਕ ਨਵੀਂ ਥਿਊਰੀ ਆਈ ਜਿਹਦਾ ਨਾਮ ਕੀ ਸੀਗਾ, ਵੇਲੈਂਸ ਬੌਂਡ ਥਿਊਰੀ। ਤੇ ਵੇਲੈਂਸ ਬੌਂਡ ਥਿਊਰੀ ਨੂੰ ਰਾਜੇ ਆਪਾਂ ਦੋ ਟਾਈਪ ਦੇ ਵਿੱਚ ਡਿਸਟਿੰਗੁਇਸ਼ ਕਰ ਸਕਦੇ ਹਾਂ। ਪਹਿਲੇ ਨੰਬਰ ਤੇ ਹੈਗੀ ਹੈ એનર્ਜੀ ਕਨਸੈਂਟਰੇਸ਼ਨ, ਤੇ ਦੂਸਰੀ ਦੀ ਥਿਊਰੀ ਦਾ ਨਾਮ ਹੈ ਆਪਣੇ ਕੋਲ ਐਟੋਮਿਕ ਆਰਬਿਟਲ ਓਵਰਲੈਪ ਕੰਸੈਪਟ। ਸੋ ਆਪਾਂ ਇਹਨਾਂ ਦੇ ਵਿੱਚ ਦੋਨਾਂ ਬਾਰੇ ਪੜਾਂਗੇ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ એનર્ਜੀ ਕਨਸੈਂਟਰੇਸ਼ਨ ਦਾ ਮਤਲਬ ਕੀ ਹੁੰਦਾ। એનર્ਜੀ ਕਨਸੈਂਟਰੇਸ਼ਨ ਦਾ ਮਤਲਬ ਇਹ ਆ ਕਿ ਜਿੰਨੀ ਜ਼ਿਆਦਾ ਕਹਿੰਦੇ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਊਗੀ, ਓਨਾ ਹੀ ਜ਼ਿਆਦਾ ਵਧੀਆ ਕੈਮੀਕਲ ਬੌਂਡ ਹੋਊਗਾ ਤੇ ਓਨੀ ਹੀ ਜ਼ਿਆਦਾ ਸਟੇਬਿਲਿਟੀ ਹੋਊਗੀ। ਚਲੋ ਆਪਾਂ ਇਹਨੂੰ ਸਮਝ ਵੀ ਲੈਂਦੇ ਹਾਂ। ਜਿੱਦਾਂ ਆਪਣੇ ਕੋਲ ਦੋ ਹਾਈਡਰੋਜਨ ਐਟਮ ਨੇ, ਤਾਂ ਜੇ ਦੋ ਹਾਈਡਰੋਜਨ ਐਟਮ ਨੇ, ਇਸ ਹਾਈਡਰੋਜਨ ਐਟਮ ਦਾ ਵੀ ਐਟੋਮਿਕ ਨੰਬਰ 1 ਹੋਊਗਾ। ਇਸ ਕਰਕੇ ਜਿਹਦੀ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਇਹ ਕਿੰਨੀ ਹੋਊਗੀ, 1s1 ਹੋਊਗੀ। ਸਿਮਿਲਰ ਐਸ ਦੈਟ ਜੇ ਆਪਾਂ ਗੱਲ ਕਰੀਏ ਇਹ ਹਾਈਡਰੋਜਨ ਐਟਮ ਦੀ, ਤਾਂ ਇਹ ਹਾਈਡਰੋਜਨ ਦਾ ਐਟਮ ਦਾ ਵੀ ਐਟੋਮਿਕ ਨੰਬਰ 1 ਹੋਊਗਾ ਤੇ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ 1s1 ਹੀ ਹੋਊਗੀ। ਤੇ ਜੇ ਇਸ ਇਲੈਕਟ੍ਰੋਨ ਦੀ ਗੱਲ ਕਰੀਏ, ਇਹਦੇ ਵਿੱਚ ਵੀ ਇੱਕ ਇਲੈਕਟ੍ਰੋਨ ਤੇ ਇੱਕ ਪ੍ਰੋਟੋਨ ਪਾਇਆ ਜਾਊਗਾ, ਤੇ ਸਿਮਿਲਰ ਐਸ ਦੈਟ ਇਹਦੇ ਵਿੱਚ ਵੀ ਇੱਕ ਇਲੈਕਟ੍ਰੋਨ ਤੇ ਇੱਕ ਹੀ ਪ੍ਰੋਟੋਨ ਪਾਇਆ ਜਾਊਗਾ। ਤੇ ਹੁਣ ਜੇ ਆਪਾਂ ਗੱਲ ਕਰੀਏ ਪਹਿਲੇ ਐਟਮ ਦੀ, ਤਾਂ ਪਹਿਲੇ ਐਟਮ ਦੇ ਵਿੱਚ ਜਿਹੜਾ ਪਹਿਲਾ ਇਲੈਕਟ੍ਰੋਨ ਹੈ ਉਹ ਦੂਸਰੇ ਐਟਮ ਦੇ ਇਲੈਕਟ੍ਰੋਨ ਨੂੰ ਕੀ ਕਰੂਗਾ, ਰਿਪਲਸਿਵ ਕਰੂਗਾ। ਇੱਦਾਂ ਹੀ ਹੈ, ਪ੍ਰੋਟੋਨ ਤੇ ਵੀ ਪੋਜ਼ਿਟਿਵ ਚਾਰਜ ਹੈ ਤੇ ਇਸ ਵਾਲੇ ਐਟਮ ਦੇ ਪ੍ਰੋਟੋਨ ਤੇ ਵੀ ਪੋਜ਼ਿਟਿਵ ਚਾਰਜ ਹੋਊਗਾ। ਸੋ ਇਹਨਾਂ ਦੇ ਵਿੱਚ ਕਿਹੜੀਆਂ ਫੋਰਸਸ ਹੋ ਸਕਦੀਆਂ ਨੇ, ਰਿਪਲਸਿਵ ਫੋਰਸਸ ਹੋ ਸਕਦੀਆਂ। ਜੇ ਆਪਾਂ ਦੂਸਰੀ ਸਾਈਡ ਗੱਲ ਕਰਦੇ ਹਾਂ ਹਾਈਡਰੋਜਨ ਐਟਮ ਦੇ ਵਿਦ ਰਿਸਪੈਕਟ ਟੂ, ਤਾਂ ਇਹਦੇ ਵਿੱਚ ਵੀ ਇੱਕ ਇਲੈਕਟ੍ਰੋਨ ਹੈ ਤੇ ਇਹਦਾ ਜਿਹੜਾ ਇਲੈਕਟ੍ਰੋਨ ਹੈ ਤੇ ਕਿਹੜਾ ਚਾਰਜ ਹੈ, ਦੇਖੋ ਬੱਚੇ, ਨੈਗੇਟਿਵ ਚਾਰਜ ਹੈ। ਤੇ ਦੂਸਰੇ ਆਪੋਜ਼ਿਟ ਵਾਲੇ ਦੇ ਤੇ ਕਿਹੜਾ ਚਾਰਜ ਹੈ, ਪਲੱਸ ਚਾਰਜ ਹੈ। ਸਿਮਿਲਰ ਐਸ ਦੈਟ ਇਸ ਤੇ ਇਹ ਕੀ ਹੈ, ਪ੍ਰੋਟੋਨ ਹੈ, ਇਹਦੇ ਕਿਹੜਾ ਚਾਰਜ ਹੈ, ਪਲੱਸ ਚਾਰਜ ਹੈ, ਤੇ ਇਸ ਤੇ ਕਿਹੜਾ ਚਾਰਜ ਹੈ, ਨੈਗੇਟਿਵ ਚਾਰਜ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਨੈਗੇਟਿਵ ਤੇ ਪੋਜ਼ਿਟਿਵ ਕੀ ਕਰਦੇ ਹੁੰਦੇ ਨੇ, ਅਟਰੈਕਟ ਕਰਦੇ ਆ। ਸੋ ਜੇ ਆਪਾਂ ਦੇਖੀਏ ਇੱਕੋ ਹੀ ਤਰ੍ਹਾਂ ਦੇ ਐਟਮਾਂ ਦੇ ਵਿੱਚ ਦੋ ਅਲੱਗ-ਅਲੱਗ ਟਾਈਪ ਦੀਆਂ ਫੋਰਸਿਸ ਚੱਲ ਰਹੀਆਂ ਨੇ। ਇੱਕ ਅਟਰੈਕਸ਼ਨ ਦੇ ਵਿਦ ਰਿਸਪੈਕਟ ਟੂ ਸਮਝੀਏ ਤਾਂ ਰਿਪਲਸਿਵ ਫੋਰਸਿਸ ਚੱਲ ਰਹੀਆਂ ਨੇ, ਇੱਕ ਸਾਈਡ ਤੇ ਦੇਖੀਏ ਤਾਂ ਅਟਰੈਕਟਿਵ ਫੋਰਸ ਚੱਲ ਰਹੀਆਂ ਨੇ। ਇਹ ਥਿਊਰੀ ਇਹ ਕਹਿੰਦੀ ਹੈ, ਵੇਲੈਂਸ ਬੌਂਡ ਥਿਊਰੀ ਕਹਿੰਦੀ ਜਿੰਨੀ ਜ਼ਿਆਦਾ ਜੇ ਅਟਰੈਕਸ਼ਨ ਜ਼ਿਆਦਾ ਹੋਵੇ ਨਾ, ਤਾਂ ਫੇਰ ਹੀ ਕੈਮੀਕਲ ਬੌਂਡ ਬਣਦੇ ਨੇ, ਨਹੀਂ ਕੈਮੀਕਲ ਬੌਂਡ ਕਦੇ ਬਣ ਨਹੀਂ ਸਕਦਾ। ਸੋ ਸਿੰਪਲ ਜੀ ਗੱਲ ਹੈ। ਐਨਰਜੀ ਕਨਸੈਂਟਰੇਸ਼ਨ ਵਿੱਚ ਤੁਸੀਂ ਕੀ ਲਿਖ ਸਕਦੇ ਹੋ ਕਿ ਕੈਮੀਕਲ ਬੌਂਡ ਸਿਰਫ ਉਦੋਂ ਬਣਦੇ ਨੇ ਜਦੋਂ ਅਟਰੈਕਟਿਵ ਫੋਰਸ ਜ਼ਿਆਦਾ ਹੋਵੇ। ਜੇ ਅਟਰੈਕਟਿਵ ਫੋਰਸ ਮੰਨ ਲਓ ਕਿਸੇ ਵੀ ਥਿਊਰੀ ਦੇ ਵਿੱਚ ਜ਼ਿਆਦਾ ਦਿੱਤੀ ਹੋਈ ਹੈ, ਇਹਦਾ ਮਤਲਬ ਉਹ ਵੇਲੈਂਸ ਬੌਂਡ ਥਿਊਰੀ ਨੂੰ ਫੋਲੋ ਕਰ ਰਹੀ ਹੈ। ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ ਇਹ ਗੱਲ ਕਿ ਐਨਰਜੀ ਕਨਸੈਂਟਰੇਸ਼ਨ ਦਾ ਕੀ ਮਤਲਬ ਹੁੰਦਾ ਹੈ। ਇੱਕ ਵਾਰ ਮੇਰੇ ਨਾਲ ਰਿਪੀਟ ਕਰ ਲਓ। ਆਪਾਂ ਕੀ ਬੋਲਾਂਗੇ, ਜਿੰਨੀ ਜ਼ਿਆਦਾ ਅਟਰੈਕਟਿਵ ਫੋਰਸ ਜ਼ਿਆਦਾ ਹੋਊਗੀ ਓਨਾ ਹੀ ਜ਼ਿਆਦਾ ਵਧੀਆ ਕੈਮੀਕਲ ਬੌਂਡ ਬਣੂਗਾ, ਜਾਂ ਫਿਰ ਕੈਮੀਕਲ ਬੌਂਡ ਉਦੋਂ ਹੀ ਬਣੂਗਾ ਜਦੋਂ ਅਟਰੈਕਟਿਵ ਫੋਰਸ ਜ਼ਿਆਦਾ। ਜੇ ਅਟਰੈਕਟਿਵ ਫੋਰਸ ਦੀ ਵੈਲਿਊ ਘੱਟ ਹੋਵੇ ਤਾਂ ਕਦੇ ਵੀ ਕੈਮੀਕਲ ਬੌਂਡ ਨਹੀਂ ਬਣ ਸਕਦੇ। ਸਿੰਪਲ ਐਜ਼ ਦੈਟ। ਤੇ ਜੇ ਕੈਮੀਕਲ ਬੌਂਡ ਨਹੀਂ ਬਣ ਸਕਦੇ ਜਾਂ ਫਿਰ ਅਟਰੈਕਟਿਵ ਫੋਰਸ ਦੀ ਵੈਲਿਊ ਘੱਟ ਹੈ ਤਾਂ ਸਟੇਬਿਲਿਟੀ ਵੀ ਘੱਟ ਹੋਊਗੀ। ਤੇ ਜੇ ਅਟਰੈਕਟਿਵ ਫੋਰਸ ਦੀ ਵੈਲਿਊ ਜ਼ਿਆਦਾ ਹਾਈ ਹੈ ਤਾਂ ਸਟੇਬਿਲਿਟੀ ਵੀ ਆਪਣੀ ਜ਼ਿਆਦਾ ਹਾਈ ਹੋਊਗੀ। ਇਸ ਤੋਂ ਬਾਅਦ ਆਪਾਂ ਦੂਸਰੇ ਕੰਸੈਪਟ ਦੀ ਗੱਲ ਕਰਦੇ ਹਾਂ, ਜਿਹਦਾ ਨਾਮ ਹੈਗਾ ਐਟੋਮਿਕ ਆਰਬਿਟਲ ਓਵਰਲੈਪ ਕੰਸੈਪਟ। ਇਸ ਕੰਸੈਪਟ ਦੇ ਵਿੱਚ ਆਪਾਂ ਦੇਖਾਂਗੇ ਕਿ ਬਈ ਕੋਵਲੈਂਟ ਬੌਂਡ ਜਿਹੜੇ ਹੁੰਦੇ ਨੇ ਉਹ ਕਿੱਦਾਂ ਪਾਰਸ਼ਲੀ ਫਿਲ ਹੋ ਕੇ ਇੱਕ ਕੰਪਲੀਟ ਐਟੋਮਿਕ ਆਰਬਿਟਲ ਬਣਾਉਂਦੇ ਨੇ। ਐਗਜ਼ਾਮਪਲ ਕਰਦੇ ਹਾਂ, ਜਿੱਦਾਂ ਮੇਰੇ ਕੋਲ ਇੱਕ ਐਟਮ ਹੈ, ਇੱਕ ਐਟਮ ਦਾ ਮਤਲਬ ਕਿ ਇੱਕ ਹਾਈਡਰੋਜਨ ਸੇ ਆਪਣੇ ਕੋਲ ਇਹਦੇ 'ਚ ਇੱਕੋ ਹੀ ਇਲੈਕਟ੍ਰੋਨ ਹੈ, ਤੇ ਇਹ ਵੀ ਇੱਕ ਹਾਈਡਰੋਜਨ ਐਟਮ ਹੈ, ਇਹਦੇ 'ਚ ਵੀ ਇੱਕੋ ਇਲੈਕਟ੍ਰੋਨ ਹੈ। ਬਟ ਇਹਦੇ 'ਚ ਕੰਡੀਸ਼ਨ ਕੀ ਹੈ, ਇਹਦੇ 'ਚ ਇੱਕ ਬੌਂਡਿੰਗ ਦੇ ਵਿੱਚ, ਇੱਕ ਕਾਹਦੇ ਵਿੱਚ ਹੈ ਰਾਜੇ, ਐਂਟੀ ਬੌਂਡਿੰਗ ਦੇ ਵਿੱਚ ਹੈ। ਇੱਕ ਬੌਂਡਿੰਗ ਮਤਲਬ ਇੱਕ ਸਿੱਧੇ ਲੋਟ ਲੱਗਿਆ ਹੋਇਆ, ਇੱਕ ਉਲਟਾ ਲਿਖਿਆ ਹੋਇਆ। ਸੋ ਸਿੰਪਲ ਹੈ ਰਾਜੇ, ਇਹਨੂੰ ਬੌਂਡਿੰਗ ਬੋਲਦੇ, ਇਹਨੂੰ ਐਂਟੀ ਬੌਂਡਿੰਗ ਬੋਲਦੇ ਆ। ਸਿਮਿਲਰ ਗੱਲ ਕਲੀਅਰ ਹੋਈ ਆਈ ਥਿੰਕ। ਤੇ ਇਹਦੇ 'ਚ ਆਪਾਂ ਗੱਲ ਕਰੀਏ ਜਦੋਂ ਇਹ ਓਵਰਲੈਪ ਕਰਨਗੇ ਤਾਂ ਕਿਸ ਤਰ੍ਹਾਂ ਓਵਰਲੈਪਿੰਗ ਹੋ ਜੂਗੀ, ਤੇ ਇਹਨਾਂ ਦੀ ਇੱਦਾਂ ਕਰਕੇ ਓਵਰਲੈਪਿੰਗ ਹੋ ਸਕਦੀ ਹੈ। ਸੋ ਕਹਿੰਦੇ ਐਟੋਮਿਕ ਆਰਬਿਟਲ ਓਵਰਲੈਪ ਕੰਸੈਪਟ ਦੇ ਵਿੱਚ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਵਲੈਂਟ ਬੌਂਡ ਉਦੋਂ ਫਾਰਮ ਹੁੰਦੇ ਨੇ ਜਦੋਂ ਦੋ ਹਾਫ ਫੀਲਡ ਆਰਬਿਟਲ ਆਪਸ ਦੇ ਵਿੱਚ ਕੰਬਾਈਨ ਕਰ ਜਾਂਦੇ ਆ ਜਾਂ ਫਿਰ ਓਵਰਲੈਪ ਕਰ ਜਾਂਦੇ ਆ, ਜਿੱਦਾਂ ਕਿ ਆ ਐਸ ਤੇ ਐਸ ਦੀ ਓਵਰਲੈਪਿੰਗ ਹੋਈ ਹੈ। ਹੁਣ ਜੇ ਆਪਾਂ ਗੱਲ ਕਰੀਏ ਓਵਰਲੈਪਿੰਗ ਦੇ ਕੇਸਿਸ ਨੂੰ, ਤਾਂ ਆਪਾਂ ਓਵਰਲੈਪਿੰਗ ਦੇ ਕੇਸਿਸ ਨੂੰ ਆਪਾਂ ਇੱਦਾਂ ਕਰਕੇ ਰਿਪਰੈਜ਼ੈਂਟ ਕਰ ਸਕਦੇ ਹਾਂ। ਜਿੱਦਾਂ ਆਪਣੇ ਕੋਲ ਉਰੇ ਲਿਖੀ ਹੋਈ ਹੈ ਐਸ ਐਸ ਓਵਰਲੈਪਿੰਗ। ਐਸ ਐਸ ਦਾ ਮਤਲਬ ਕੀ ਹੈ, ਇੱਕ ਤਾਂ ਐਸ ਆਰਬਿਟਲ ਲੈ ਲੈਣਾ, ਦੂਸਰੇ ਦਾ ਵੀ ਐਸ ਆਰਬਿਟਲ ਲੈ ਲੈਣਾ। ਜਿੱਦਾਂ ਆ ਵੀ ਐਸ ਆਰਬਿਟਲ ਹੈ, ਇਹ ਵੀ ਆਪਣੇ ਕੋਲ ਐਸ ਆਰਬਿਟਲ ਹੈ, ਤਾਂ ਇਹਦੇ ਵਿੱਚ ਜਿਹੜੀ ਓਵਰਲੈਪਿੰਗ ਆ ਉਹ ਕਿਹੜੀ ਹੈ, ਐਸ ਐਸ ਟਾਈਪ ਦੀ ਓਵਰਲੈਪਿੰਗ ਹੈ। ਇੱਦਾਂ ਜੇ ਆਪਾਂ ਦੂਸਰੇ ਨੰਬਰ 'ਤੇ ਗੱਲ ਕਰੀਏ, ਐਸ ਤੇ ਪੀ ਟਾਈਪ ਦੀ ਓਵਰਲੈਪਿੰਗ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਜਿੱਦਾਂ ਆਪਣੇ ਕੋਲ ਇੱਕ ਐਸ ਆਰਬਿਟਲ ਹੈ,
ਤੇ ਆ ਇੱਕ p ਆਰਬਿਟਲ ਹੈ। ਤੇ ਜੇ ਆਪਾਂ s ਤੇ p ਨੂੰ ਮਿਲਾਉਂਦੇ ਹਾਂ ਤਾਂ ਆਪਣੇ ਕੋਲ ਕਿਹੜੀ ਹਾਈਬ੍ਰਿਡਾਈਜੇਸ਼ਨ ਹੋਊਗੀ, sp ਹਾਈਬ੍ਰਿਡਾਈਜੇਸ਼ਨ ਹੋ ਜੂਗੀ। ਇੱਦਾਂ ਹੀ ਜੇ ਆਪਣੇ ਕੋਲ ਇੱਕ ਆ p ਆਰਬਿਟਲ ਹੈ, ਦੂਸਰਾ ਵੀ p ਆਰਬਿਟਲ ਹੈ, ਜਿੱਦਾਂ ਕਿ ਆ p ਆਰਬਿਟਲ ਹੈ ਤੇ ਆ ਵੀ p ਆਰਬਿਟਲ ਹੈ, ਜਦੋਂ ਇਹਨਾਂ ਨੂੰ ਮਿਲਾਵਾਂਗੇ ਤਾਂ ਕਿਹੜੀ ਓਵਰਲੈਪਿੰਗ ਹੋਊਗੀ, p ਓਵਰਲੈਪਿੰਗ ਹੋਊਗੀ। ਤੇ ਤੁਸੀਂ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ ਕਿ ਓਵਰਲੈਪਿੰਗ ਦੇ ਤੁਹਾਨੂੰ ਕੰਸੈਪਟ ਜੇ ਨਹੀਂ ਕਲੀਅਰ ਹੈਗੀ ਤਾਂ ਆਪਾਂ ਦੂਸਰੇ ਇੱਕ ਤਰੀਕੇ ਨਾਲ ਹੋਰ ਵੀ ਸਮਝ ਸਕਦੇ ਹਾਂ। ਜਿੱਦਾਂ ਕਿ ਇਹਦੇ ਵਿੱਚ ਦੇਖੋ ਐਸ ਆਰਬਿਟਲ ਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਸਫੈਰੀਕਲ ਹੁੰਦੀ ਹੈ, ਤੇ ਇਹਨੂੰ ਆਪਾਂ ਇੱਦਾਂ ਕਰਕੇ ਸਰਕੂਲਰ ਜਾਂ ਸਫੈਰੀਕਲ ਸ਼ੇਪ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ, ਇਹਨੂੰ ਜ਼ੀਰੋ ਸ਼ੇਪ ਵੀ ਬੋਲ ਸਕਦੇ ਹਾਂ। ਦੂਸਰੇ ਨੰਬਰ 'ਤੇ ਜੇ ਗੱਲ ਕਰੀਏ ਆਪਾਂ p ਦੀ, ਤਾਂ p ਦੀ ਜਿਹੜੀ ਸ਼ੇਪ ਹੋਊਗੀ ਰਾਜੀ ਉਹ ਡੰਬਲ ਸ਼ੇਪ ਹੋ ਸਕਦੀ ਹੈ। ਡੰਬਲ ਸ਼ੇਪ ਨੂੰ ਆਪਾਂ ਇੱਦਾਂ ਕਰਕੇ ਜੇ ਤਾਂ ਐਕਸ ਐਕਸਿਸ ਦੇ ਉੱਤੇ ਰਿਪਰੈਜ਼ੈਂਟ ਕਰ ਰਹੇ ਹਾਂ ਤਾਂ ਇਹਦਾ ਨਾਮ ਹੋਊਗਾ px। ਜੇ ਇਹਨੂੰ ਬੇਟਾ ਤੁਸੀਂ ਵਾਈ ਐਕਸਿਸ ਦੇ ਉੱਤੇ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਇਹਦਾ ਨਾਮ ਹੋਊਗਾ py। ਤੇ ਜੇ ਇਹਨੂੰ ਤੁਸੀਂ ਜ਼ੈਡ ਐਕਸਿਸ ਦੇ ਉੱਤੇ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਇਹਦਾ ਨਾਮ ਹੋਊਗਾ pz। ਸੋ ਇਸੇ ਤਰੀਕੇ ਨਾਲ ਹੀ ਉਰੇ ਸ਼ੇਪਸ ਲਿਖੀਆਂ ਹੋਈਆਂ ਨੇ। ਇਹ ਐਸ ਤੇ ਐਸ ਦੀ ਸ਼ੇਪ ਹੈ, ਦੇਖੋ ਇਹ ਕਿਹੜੀ ਸ਼ੇਪ ਹੈ, ਇਹ ਐਸ ਤੇ ਪੀ ਦੀ ਸ਼ੇਪ ਹੈ, ਤੇ ਇਹ ਦੋਨੇ ਡੰਬਲ ਸ਼ੇਪ ਨੇ, ਇਸ ਕਰਕੇ ਕਿਹੜੀ ਹੈ ਇਹ ਪੀ ਤੇ ਪੀ ਦੀ ਸ਼ੇਪ ਹੈ। ਪੀ ਤੇ ਪੀ ਦੀ ਸ਼ੇਪ ਨੂੰ ਆਪਾਂ ਟੌਫੀ ਬੌਂਡ ਜਾਂ ਫਿਰ ਕੈਂਡੀ ਲਾਈਕ ਸਟਰਕਚਰ ਵੀ ਬੋਲ ਸਕਦੇ ਹਾਂ। ਸਿੰਪਲ ਐਜ਼ ਦੈਟ। ਆਈ ਥਿੰਕ ਉਰੇ ਤੱਕ ਸਾਰਿਆਂ ਨੂੰ ਕਲੀਅਰ ਹੋਇਆ ਹੋ। ਹੁਣ ਆਪਾਂ ਗੱਲ ਕਰਾਂਗੇ ਵੇਲੈਂਸ ਸ਼ੈਲ ਵੇਲੈਂਸ ਬੌਂਡ ਥਿਊਰੀ ਦੇ ਪੋਸਟੂਲੇਟ ਕਿ ਕੀ ਇਹਨਾਂ ਨੇ ਪੋਸਟੂਲੇਟ ਦਿੱਤੇ ਇਹਦੇ ਵਿੱਚ। ਸੋ ਪੋਸਟੂਲੇਟ ਨੰਬਰ ਪਹਿਲਾ ਦੇਖੋ ਕੀ ਆ ਕਿ ਕੋਵੈਲੈਂਟ ਬੌਂਡ ਇਜ਼ ਫਾਰਮਡ ਬਾਈ ਐਟੋਮਿਕ ਆਰਬਿਟਲ ਵਿਚ ਕਮਸ ਕਲੋਜ਼ ਟੂ ਈਚ ਅਦਰ। ਕਹਿੰਦਾ ਕੋਵੈਲੈਂਟ ਬੌਂਡ ਉਦੋਂ ਹੀ ਬਣਦਾ ਜਦੋਂ ਦੋ ਐਟੋਮਿਕ ਆਰਬਿਟਲ ਇੱਕ ਦੂਸਰੇ ਦੇ ਲਵੇ ਆ ਜਾਂਦੇ ਆ। ਜਿੱਦਾਂ ਹੁਣ ਉਰੇ ਦੇਖੋ ਇੱਕ ਆਪਣੇ ਕੋਲ ਕੀ ਹੈ, ਇੱਕ ਆ ਐਟਮ ਹੈ, ਇੱਕ ਆਹ ਵਾਲਾ ਐਟਮ ਹੈ। ਜਦੋਂ ਇਹ ਦੋਨੇ ਇੱਕ ਦੂਸਰੇ ਦੇ ਕਲੋਜ਼ਰ ਆਏ, ਜਦੋਂ ਬਿਲਕੁਲ ਕਲੋਜ਼ ਆ ਗਈ ਤਾਂ ਇੱਥੇ ਜਿਹੜਾ ਬੌਂਡ ਬਣਿਆ ਇਹਨੂੰ ਆਪਾਂ ਕੀ ਬੋਲਾਂਗੇ ਰਾਜੀ, ਕੋਵੈਲੈਂਟ ਬੌਂਡ ਬੋਲਾਂਗੇ। ਸੋ ਕਹਿੰਦੇ ਇਹ ਥਿਊਰੀ ਆਪਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਕੋਵੈਲੈਂਟ ਬੌਂਡ ਉਦੋਂ ਹੀ ਫਾਰਮ ਹੁੰਦੇ ਨੇ ਜਦੋਂ ਦੋ ਆਰਬਿਟਲਸ ਆਪਸ ਦੇ ਵਿੱਚ ਲਵੇ ਆ ਜਾਂਦੇ ਆ। ਦੂਸਰੇ ਨੰਬਰ ਤੇ ਦੇਖੋ ਓਨਲੀ ਹਾਫ ਫਿਲਡ ਆਰਬਿਟਲ ਜਾਂ ਓਨਲੀ ਹਾਫ ਫਿਲਡ ਆਪੋਜ਼ਿਟ ਸਾਈਨ ਓਵਰਲੈਪ। ਕਹਿੰਦਾ ਸਿਰਫ ਹਾਫ ਫਿਲਡ ਹੋਣੇ ਚਾਹੀਦੇ ਨੇ, ਪਹਿਲੀ ਗੱਲ ਤਾਂ ਐਟੋਮਿਕ ਆਰਬਿਟਲ, ਤੇ ਦੂਸਰੇ ਨੰਬਰ ਤੇ ਇਹਨਾਂ ਦੇ ਸਾਈਨ ਵੀ ਕੀ ਹੋਣੇ ਚਾਹੀਦੇ ਆ, ਓਪੋਜ਼ਿਟ ਹੋਣੇ ਚਾਹੀਦੇ। ਜਿੱਦਾਂ ਹੁਣ ਇਹ ਇੱਕ ਆਰਬਿਟਲ ਹੈ, ਇੱਕ ਆਰਬਿਟਲ 'ਚ ਵੈਸੇ ਦੋ ਇਲੈਕਟ੍ਰੋਨ ਆ ਸਕਦੇ ਆ ਪਰ ਇਹਦੇ 'ਚ ਕਿੰਨੇ ਆ, ਇੱਕ। ਸੋ ਇਸ ਕਰਕੇ ਵੀ ਕੀ ਆ, ਹਾਫ ਹੈ। ਇੱਦਾਂ ਹੀ ਸਿਮਿਲਰ ਐਸ ਦੈਟ ਦੂਸਰਾ ਵੀ ਕੀ ਆ, ਹਾਫ ਹੈ। ਤੇ ਇਹਨਾਂ ਦੋਨਾਂ ਦੀ ਸਪਿਨ ਵੀ ਦੇਖੋ ਬਿਲਕੁਲ ਹਾਫ ਹੈ, ਇੱਕ ਜੇ ਬੌਂਡਿੰਗ ਦੇ ਵਿੱਚ ਹੈ ਦੂਸਰਾ ਕਾਹਦੇ ਵਿੱਚ ਹੈ, ਐਂਟੀ ਬੌਂਡਿੰਗ। ਸੋ ਇਹ ਰੂਲ ਆਪਾਂ ਨੂੰ ਇਹੀ ਦੱਸਦਾ ਕਿ ਦੋਨਾਂ ਦੀ ਸਪਿਨ ਵੀ ਬਿਲਕੁਲ ਓਪੋਜ਼ਿਟ ਹੋਣੀ ਚਾਹੀਦੀ ਹੈ, ਫਿਰ ਹੀ ਉਹ ਕੰਬਾਈਨ ਕਰ ਸਕਦੇ ਆ। ਸਮਝ ਆਈ ਗੱਲ ਜਾਂ ਨਹੀਂ? ਦੇਖੋ ਬਿਲਕੁਲ ਸਿੰਪਲ ਗੱਲ ਹੈ। ਕਹਿੰਦਾ ਕੋਵੈਲੈਂਟ ਬੌਂਡ ਉਦੋਂ ਹੀ ਬਣਦਾ ਹੈਗਾ ਜਦੋਂ ਉਹ ਦੋਨੇ ਇੱਕ ਦੂਸਰੇ ਦੇ ਬਿਲਕੁਲ ਨਾਲ ਨਾਲ ਹੋਣਗੇ। ਦੂਸਰੇ ਨੰਬਰ ਦੇ ਉੱਤੇ ਜੇ ਉਹ ਪਹਿਲੇ ਨੰਬਰ ਤੇ ਹਾਫ ਹੋਣੇ ਚਾਹੀਦੇ ਆ, ਦੂਸਰੇ ਨੰਬਰ ਦੇ ਉੱਤੇ ਉਹ ਉਹਨਾਂ ਦੀ ਜਿਹੜੀ ਸਪਿਨ ਹੋਣੀ ਚਾਹੀਦੀ ਆ ਉਹ ਇੱਕ ਦੂਸਰੇ ਤੋਂ ਓਪੋਜ਼ਿਟ ਹੋਣੀ ਚਾਹੀਦੀ ਆ। ਤੀਸਰੇ ਨੰਬਰ ਦੇ ਉੱਤੇ ਦੇਖੋ ਪੋਸਟੂਲੇਟ ਕੀ ਹੈ ਇਹਦੇ ਵਿੱਚ, ਸਿੰਪਲ ਕਿ ਓਵਰਲੈਪਿੰਗ ਉਦੋਂ ਹੀ ਹੋਊਗੀ ਜਾਂ ਓਵਰਲੈਪਿੰਗ ਸਿਰਫ ਉਦੋਂ ਹੀ ਹੁੰਦੀ ਹੈ ਜਦੋਂ ਵੀ ਕਿਤੇ ਵੀ ਕਿਸੇ ਵੀ ਆਰਬਿਟਲ ਦੀ ਓਵਰਲੈਪਿੰਗ ਕਰਵਾਉਣੀ ਹੈ ਤਾਂ ਜਿਹੜਾ ਤਾਂ ਓਵਰਲੈਪ ਦਾ ਏਰੀਆ ਹੈ ਇਹ 50% ਤੋਂ ਹਮੇਸ਼ਾ ਘੱਟ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ 50% ਏਰੀਆ ਆਕੂਪਾਈ ਕਰ ਦਿਓ ਤੁਸੀਂ, ਤਾਂ ਇਹਦੇ 'ਚ ਜਿਹੜਾ ਏਰੀਆ ਉਹ ਹਮੇਸ਼ਾ ਕਿੰਨਾ ਹੋਣਾ ਚਾਹੀਦਾ ਹੈ, ਉਹ ਲੈਸ ਦੈਨ 50% ਹੋਣਾ ਚਾਹੀਦਾ। ਓਵਰਲੈਪਿੰਗ ਏਰੀਆ ਇਜ਼ ਲੈਸ ਦੈਨ 50%। ਐਂਡ ਜੇ ਆਪਾਂ ਚੌਥੇ ਨੰਬਰ 'ਤੇ ਗੱਲ ਕਰੀਏ ਇਹਦੇ ਵਿੱਚ ਕਹਿੰਦੇ ਜਿਵੇਂ ਜਿਵੇਂ ਤੁਸੀਂ ਓਵਰਲੈਪਿੰਗ ਨੂੰ ਜੇ ਤੁਸੀਂ ਇਨਕਰੀਜ਼ ਕਰਨਾ ਚਾਹੁੰਦੇ ਹੋ, ਮੰਨ ਲਓ ਤੁਸੀਂ ਇਹਦੇ 'ਚ ਓਵਰਲੈਪਿੰਗ ਵਧਾ ਰਹੇ ਹੋ ਤਾਂ ਇਹਦੇ ਨਾਲ ਦੇਖੋ ਕੀ ਹੋਊਗਾ, ਇਹਦੇ ਨਾਲ ਬੇਟਾ ਬੌਂਡ ਸਟਰੈਂਥ ਵੀ ਇਨਕਰੀਜ਼ ਬਣੂਗੀ ਕਿਉਂਕਿ ਉਰੇ ਕਿਹੜੀ ਓਵਰਲੈਪਿੰਗ ਹੈ, ਹੈਡ ਟੂ ਹੈਡ ਵਾਈਜ਼ ਓਵਰਲੈਪਿੰਗ ਹੈ, ਯਾਨੀ ਕਿ ਸਿਗਮਾ ਬੌਂਡ ਹੈ। ਤੇ ਜਿੰਨਾ ਸਿਗਮਾ ਬੌਂਡ ਇਨਕਰੀਜ਼ ਕਰੂਗਾ ਉਨੀ ਜ਼ਿਆਦਾ ਕੀ ਇਨਕਰੀਜ਼ ਕਰੂਗੀ, ਬੌਂਡ ਸਟਰੈਂਥ ਵੀ ਇਨਕਰੀਜ਼ ਕਰੂਗੀ। ਤੇ ਜਿੰਨੀ ਜ਼ਿਆਦਾ ਬੌਂਡ ਸਟਰੈਂਥ ਇਨਕਰੀਜ਼ ਕਰੂਗੀ ਉਨੀ ਹੀ ਜ਼ਿਆਦਾ ਬੌਂਡ ਐਨਰਜੀ ਵੀ ਇਨਕਰੀਜ਼ ਕਰੂਗੀ, ਤੇ ਜਿਹਦੇ ਨਾਲ ਬੇਟਾ ਬੌਂਡ ਲੈਂਥ ਡਿਕਰੀਜ਼ ਹੋ ਜੂ। ਤੇ ਕਾਮਨ ਹੈ ਦੇਖੋ ਜੇ ਕੋਈ ਵੀ ਦੋ ਆਇਨ ਜਿੰਨਾ ਦੂਰ ਪਏ ਹੋਣਗੇ ਉਨੀ ਬੌਂਡ ਲੈਂਥ ਜ਼ਿਆਦਾ ਹੋਊਗੀ, ਪਰ ਜਿੰਨੇ ਜ਼ਿਆਦਾ ਲਾਗੇ ਆਉਣਗੇ ਉਨੀ ਓਵਰਲੈਪਿੰਗ ਵਧੂਗੀ, ਤੇ ਜਿੰਨੀ ਜ਼ਿਆਦਾ ਓਵਰਲੈਪਿੰਗ ਵਧੂਗੀ ਉਹਦੇ ਨਾਲ ਬੌਂਡ ਲੈਂਥ ਘੱਟ ਸਕਦੀ ਹੈ। ਸੋ ਇਹ ਸਾਰੀ ਜਿਹੜੀ ਥਿਊਰੀ ਹੈ ਆਪਾਂ ਹੁਣ ਤੱਕ ਦੇਖੀ, ਇਹ ਕਿਹੜੀ ਥਿਊਰੀ ਹੈ ਰਾਜੇ, ਵੇਲੈਂਸ ਬੌਂਡ ਥਿਊਰੀ ਦੇ ਹੀ ਪੋਸਟੂਲੇਟ ਨੇ। ਹੁਣ ਆਪਾਂ ਥੋੜ੍ਹੀਆਂ ਜਿਹੀ ਲਿਮਿਟੇਸ਼ਨ ਕਰਦੇ ਹਾਂ। ਤੇ ਦੇਖੋ ਪਹਿਲੀ ਲਿਮਿਟੇਸ਼ਨ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਜਿਹੜੀ ਵੇਲੈਂਸ ਬੌਂਡ ਥਿਊਰੀ ਹੈ ਇਹ ਐਟੋਮਿਕ ਆਰਬਿਟਲਸ ਨੂੰ ਤਾਂ ਰਿਪਰੈਜ਼ੈਂਟ ਕਰ ਰਹੀ ਹੈ ਬਟ ਇਹ ਮੋਲੀਕਿਊਲਰ ਆਰਬਿਟਲ ਲਈ ਵੈਲਿਡ ਨਹੀਂ ਹੈਗੀ। ਸੋ ਸਿੰਪਲ ਜੀ ਗੱਲ ਹੈ, ਜਿਹੜੀ ਵੇਲੈਂਸ ਬੌਂਡ ਥਿਊਰੀ ਦੀ ਕੀ ਪਹਿਲੀ ਲਿਮਿਟੇਸ਼ਨ ਹੈ ਕਿ ਸਿਰਫ ਇਹ ਐਟੋਮਿਕ ਆਰਬਿਟਲ ਲਈ ਵੈਲਿਡ ਹੈ, ਨਾ ਕਿ ਮੋਲੀਕੂਲਰ ਆਰਬਿਟਲ ਨੂੰ। ਦੂਸਰੇ ਨੰਬਰ 'ਤੇ ਜਿਹੜੀ ਵੇਲੈਂਸ ਬੌਂਡ ਥਿਊਰੀ ਹੈ ਇਹ ਆਪਾਂ ਨੂੰ ਮੈਗਨੈਟਿਕ ਨੇਚਰ ਬਾਰੇ ਵੀ ਨਹੀਂ ਦੱਸਦੀ, ਕਿ ਯਾਨੀ ਕਿ ਆਪਾਂ ਨੂੰ ਇਹ ਵੀ ਨਹੀਂ ਦੱਸਦੀ ਕਿ ਇਹ ਡਾਇਆਮੈਗਨੈਟਿਕ ਸਬਸਟੈਂਸ ਕਿਹੜੇ ਹੁੰਦੇ ਨੇ, ਪੈਰਾਮੈਗਨੈਟਿਕ ਸਬਸਟੈਂਸ ਕਿਹੜੇ ਹੁੰਦੇ ਨੇ, ਤੇ ਫੈਰੋਮੈਗਨੈਟਿਕ ਸਬਸਟੈਂਸ ਕਿਹੜੇ ਹੁੰਦੇ ਨੇ। ਜੇ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਤਾਂ ਮੈਂ ਤੁਹਾਨੂੰ ਸਿੰਪਲ ਭਾਸ਼ਾ ਦੱਸ ਦਿੰਦਾ। ਡਾਇਆਮੈਗਨੈਟਿਕ ਸਬਸਟੈਂਸ ਉਹ ਹੁੰਦੇ ਨੇ ਜਿਹੜੇ ਮੈਗਨੈਟਿਕ ਫੀਲਡ ਦੇ ਵਿੱਚ ਨਹੀਂ ਆ ਸਕਦੇ ਜਾਂ ਜਿਹੜੇ ਮੈਗਨੈਟਿਕ ਫੀਲਡ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਉਹਨੂੰ ਆਪਾਂ ਕੀ ਬੋਲਦੇ ਹਾਂ, ਡਾਇਆਮੈਗਨੈਟਿਕ ਸਬਸਟੈਂਸ ਬੋਲਦੇ ਹਾਂ।
ਤੇ ਜਿਹੜੇ ਮੈਗਨੈਟਿਕ ਫੀਲਡ ਦੇ ਵਿੱਚ ਥੋੜ੍ਹਾ ਆ ਸਕਦੇ ਨੇ ਉਹਨੂੰ ਆਪਾਂ ਪੈਰਾਮੈਗਨੈਟਿਕ ਬੋਲਦੇ ਹਾਂ, ਤੇ ਫੈਰੋਮੈਗਨੈਟਿਕ ਸਬਸਟੈਂਸ ਉਹ ਹੁੰਦੇ ਨੇ ਜਿਹੜੇ ਕਿ ਹਮੇਸ਼ਾ ਮੈਗਨੈਟਿਕ ਫੀਲਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ। ਪਰ ਇਸ ਥਿਊਰੀ ਨੇ ਆਪਾਂ ਨੂੰ ਇਹਦੇ ਵਿੱਚ ਕੁਛ ਨਹੀਂ ਦੱਸਿਆ ਕਿ ਇਹ ਸਬਸਟੈਂਸ ਜਿਹੜਾ ਵੀ ਤੁਹਾਡੇ ਕੋਲ ਹੋਊਗਾ ਕਿ ਉਹ ਕਿਸ ਤਰ੍ਹਾਂ ਦਾ ਹੋਊਗਾ, ਉਹ ਪੈਰਾਮੈਗਨੈਟਿਕ ਹੋਊਗਾ, ਡਾਇਆਮੈਗਨੈਟਿਕ ਹੋਊਗਾ ਜਾਂ ਫਿਰ ਫੈਰੋਮੈਗਨੈਟਿਕ ਹੋਊਗਾ। ਯਾਨੀ ਕਿ ਮੈਗਨੈਟਿਕ ਨੇਚਰ ਬਾਰੇ ਇਹਨੇ ਕੁਛ ਵੀ ਨਹੀਂ ਦੱਸਿਆ। ਤੇ ਇਸ ਥਿਊਰੀ ਦੀ ਜਿਹੜੀ ਸਭ ਤੋਂ ਜ਼ਿਆਦਾ ਮੇਨ ਲਿਮਿਟੇਸ਼ਨ ਸੀ ਉਹ ਇਹ ਸੀ ਕਿ ਉਹ ਸਟੇਬਿਲਿਟੀ ਆਫ ਹਾਈਡਰੋਜਨ ਨੂੰ ਵੀ ਨਹੀਂ ਦੱਸ ਸਕੀ ਕਿ ਜਿਹੜਾ H2 ਮੋਲੀਕਿਊਲ ਹੈ ਇਹਦੇ ਕਿੰਨਾ ਬੌਂਡ ਆਰਡਰ ਹੋਊਗਾ, ਜਾਂ ਇਹਦੇ 'ਚ ਕਿੰਨੇ ਬੌਂਡ ਹੋ ਸਕਦੇ ਆ, ਜਾਂ ਫਿਰ H2+ ਆਇਨ ਦੇ ਵਿੱਚ ਕਿੰਨਾ ਬੌਂਡ ਆਰਡਰ ਹੋਊਗਾ, ਜਾਂ H2 ਨੈਗੇਟਿਵ ਆਇਨ ਐਗਜ਼ਿਸਟ ਕਰਦੇ ਵੀ ਆ ਜਾਂ ਨਹੀਂ ਕਰਦੇ। ਸੋ ਇਹ ਸੀ ਇਹਦੀਆਂ ਲਿਮਿਟੇਸ਼ਨਸ, ਤੇ ਇਹ ਸੀ ਰਾਜੇ ਆਪਣੇ ਕੋਲ ਅੱਜ ਦਾ ਟੌਪਿਕ ਆਪਣਾ ਵੇਲੈਂਸ ਬੌਂਡ ਥਿਊਰੀ। ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ। ਇਹਦੇ ਲਈ ਤੁਸੀਂ ਇੱਕ ਸਕਰੀਨਸ਼ਾਟ ਵੀ ਕਰ ਸਕਦੇ ਹੋ ਇਹਦਾ, ਤੇ ਮੈਂ ਤੁਹਾਨੂੰ ਸਾਹਮਣੇ ਸਕਰੀਨਸ਼ਾਟ ਕਰ ਦਿੰਦਾ।